जी अस्सलाम वालेकुम दोस्तों, मैं हूं अमजद मलिक और आज एक ख़ूबसूरत टॉपिक के साथ आपकी खिदमत में हाज़िर हैं। हम पहुंचे जी उस्ताद अहमद डोगर साहब के पास। अस्सलामु अलैकुम उस्ताद जी। वालेकुम अस्सलाम। अमजद भाई कैसे हैं आप? ठीक ठाक हैं? अल्लाह ताला का बड़ा फजल है जी, बड़ा करम है। आप सुनाएं, सब खैरियत है? अल्लाह का एहसान है, शुक्र अल्हम्दुलिल्लाह। अहमद डोगर साहब, नवंबर और दिसंबर का महीना चल रहा है जी, जी और सर्दी की आमद है। इस मौसम ਦੇ ਵਿੱਚ ਤੇਲ ਦੇ ਮੁਤਲਕ ਥੋੜੀ ਜੀ ਜਿਹੜਾ ਨਾ ਦੋਸਤਾਂ ਨੂੰ ਮਾਲੂਮਾਤ ਦਿਓ ਕਿ ਜਾਨਵਰਾਂ ਨੂੰ ਤੇਲ ਦੇਣਾ ਚਾਹੀਦਾ ਹੈ ਜਾਂ ਕੀ ਹਿਸਾਬ ਕਿਤਾਬ? ਅਮਜਦ ਭਾਈ ਬੇਸਿਕਲੀ ਇਹ ਜਿਹੜਾ ਮੌਸਮ ਚੱਲਦਾ ਪਿਆ ਨਾ ਨਵੰਬਰ ਦਸੰਬਰ ਦਾ, ਜੀ ਜੀ, ਮੈਂ ਤੇ ਇਸ ਮੌਸਮ ਦੇ ਵਿੱਚ ਆਪਣੇ ਜਾਨਵਰਾਂ ਨੂੰ ਜਿਹੜਾ ਹੈ ਨਾ ਉਹਦਾ ਤਿਲਾਂ ਦਾ ਤੇਲ ਦੇਣਾ ਵਾ। ਅੱਛਾ ਲੇਕਿਨ ਉਹ ਤਿਲਾਂ ਦਾ ਤੇਲ ਵੀ ਮੈਂ ਬਣਾਉਣਾ ਵਾ। ਅੱਛਾ, ਅਸੀਂ ਦੋਸਤਾਂ ਨੂੰ ਬਣਾਉਣ ਦਾ ਤਰੀਕਾ ਦੱਸ ਦਿੰਦੇ ਆ, ਰੇਸ਼ੋ ਦੱਸ ਦਿੰਦੇ ਆ। ਜਿਹਨੇ ਘੱਟ ਬਣਾਉਣਾ ਹੋਏਗਾ ਉਹਦੇ ਮੁਤਾਬਕ ਰੇਸ਼ੋ ਉੱਪਰ ਨੀਚੇ ਕਰ ਲੈਣ, ਜਿਹਨੇ ਵੱਧ ਬਣਾਉਣਾ ਹੋਏਗਾ ਉਹਦੇ ਮੁਤਾਬਕ ਕਰ ਲੈਣ। ਠੀਕ ਹੈ। ਕਿਉਂਕਿ ਇਹ ਜਿਹੜਾ ਮੌਸਮ ਹੈ ਨਾ, ਇਹ ਮੌਸਮ ਅਜੇ ਘਿਓ ਵਾਲਾ ਨਹੀਂ ਆਇਆ। ਅੱਛਾ, ਇਸ ਮੌਸਮ ਵਿੱਚ ਅਸੀਂ ਜਾਨਵਰ ਨੂੰ ਦੇਣੇ ਆ ਤੇਲ। ਠੀਕ ਹੈ। ਤੇਲ ਅਸੀਂ ਦੇਣੇ ਆ ਜਾਨਵਰ ਨੂੰ ਇਸ ਮੌਸਮ ਦੇ ਵਿੱਚ 75% ਤਿਲਾਂ ਦਾ, 25% ਸਰੋਂ ਦਾ। ਅੱਛਾ, ਯਾਨੀ ਕਿ ਅਗਰ ਅਸੀਂ मैं एक सिंपल एक 10 किलो के तेल की रेशो दस देना वा मैं, 200 तो क्वांटिटी ऊपर नीचे आप कर लैन। अच्छा, 7.5 किलो 200 ले लैन तिलों का तेल, 2.5 किलो ले लैन सरसों का तेल। ठीक है। किसी बर्तन के विच इकट्ठा तेल पा लैन। अच्छा, ਇਹਦੇ ਵਿੱਚ ਪਾਣਾ ਹੈ ਤੁਸੀਂ 200 ਗ੍ਰਾਮ ਕਲਵੰਜੀ। ਕਲਵੰਜੀ ਬੇਸਿਕਲੀ ਸਭ ਦੋਸਤਾਂ ਨੂੰ ਪਤਾ ਹੈ ਕਿ ਇਹਦੇ ਵਿੱਚ ਹਰ ਬਿਮਾਰੀ ਦੀ ਸ਼ਿਫਾ ਹੈ, ਸਫਾਏ ਮੌਤ ਤੋਂ। बेशक। ਠੀਕ ਹੈ। अदरक ਜਿਹੜਾ ਹੈ ਉਹ ਪਾਣਾ ਅਸੀਂ ਇਹਦੇ ਵਿੱਚ ਕੋਈ 100 ਗ੍ਰਾਮ। ਠੀਕ ਤੇ ਹੈ। 200 ਗ੍ਰਾਮ ਅਸੀਂ ਇਹਦੇ ਵਿੱਚ ਪਾਣੀਆਂ ਨੇ ਥੋਮ ਦੀਆਂ ਤੁਰੀਆਂ। ठीक है। ਦੇਸੀ ਥੋਮ ਦੀ ਤੁਰੀਆਂ। ਬੇਸਿਕਲੀ ਦੇਸੀ ਥੋਮ ਦੀ ਤੁਰੀਆਂ ਅਸਲੀ ਪਾਈ ਦੀਆਂ ਨੇ ਇਹਦੇ ਵਿੱਚ ਕਿ ਜਦੋਂ ਜਾਨਵਰ ਤੇਲ ਜਾਨਵਰ ਦੇਈਦਾ ਜਾਨਵਰ ਨੂੰ ਨਾ ਚਰਬੀ ਬਣਾਉਂਦਾ ਹੈ। ਜਿਹੜੇ ਥੋਮ ਹੈ ਉਹ ਬਲੋਕੇਜ ਨਹੀਂ ਹੋਣ ਦਿੰਦਾ ਹਾਰਟ ਤੇ, ਯਾਨੀ ਕਿ ਜਾਨਵਰ ਜਿਹੜਾ ਵੇ ਉਹ ਹਾਰਟ ਅਟੈਕ ਤੋਂ ਬਚਿਆ ਰਹਿੰਦਾ ਹੈ। अच्छा रहता है। ठीक। ਫਿਰ ਇਹਦੇ ਵਿੱਚ ਅਸੀਂ 200 ਗ੍ਰਾਮ ਹੀ ਅਸੀਂ ਪਾਣੇ ਨੇ ਮੇਥਰੇ। अच्छा, ਮੇਥਰੇ ਦਾ ਅਮਜਦ ਭਾਈ ਇਹ ਫਾਇਦਾ ਹੈ ਕਿ ਅਕਸਰ ਹੁੰਦਾ ਹੈ ਕਿ ਜਾਨਵਰ ਜਿਹੜੇ ਨੇ ਨਾ, ਜਦੋਂ ਜਾਨਵਰ ਅਸੀਂ ਤੇਲ ਵਗੈਰਾ ਦਿੰਦੇ ਆ ਤੇ ਜਾਨਵਰ ਖੁਰਾਕ ਥੋੜੀ ਕੁ ਰਿਵਰਸ ਕਰ ਜਾਂਦਾ ਹੈ, ਖੁਰਾਕ ਘੱਟ ਕਰ ਜਾਂਦਾ ਹੈ। अच्छा। ਮੇਥਰੇ ਇੱਕ ਤੇ ਜਾਨਵਰ ਨੂੰ ਤਾਕਤ ਦਿੰਦਾ, ਦੂਸਰਾ ਜਾਨਵਰ ਦੀ ਇਮਿਊਨਿਟੀ ਬੂਸਟ ਕਰਦਾ ਹੈ। ਫਿਰ ਅਸੀਂ ਇਹਦੇ ਵਿੱਚ ਪਾਣਾ ਅਸੀਂ 200 ਗ੍ਰਾਮ ਅਜਵਾਇਨ। अच्छा। ਅਜਵਾਇਨ ਜਿਹੜੀ ਹੈ ਉਹ ਜਾਨਵਰ ਨੂੰ ਡਿਕ ਨਹੀਂ ਹੋਣ ਦਿੰਦੀ। ਇਹਨੂੰ ਇਸ ਸਾਰੀ ਚੀਜ਼ਾਂ ਵਿੱਚ ਪਾ ਕੇ ਤੇਲ ਉੱਪਰ ਰੱਖ ਕੇ ਅੱਛੇ ਤਰੀਕੇ ਦੇ ਨਾਲ ਅਸੀਂ ਇਹਨੂੰ ਉਬਾਲਣਾ ਹੈ। ਇੰਨਾ ਕੁ ਉਬਾਲਣਾ ਹੈ ਹਲਕੀ ਅੱਗ ਤੇ, ਨਾਲ ਅਸੀਂ ਇਹਨੂੰ ਹਿਲਾਉਂਦੇ ਰਹਿਣਾ ਹੈ ਕਿਸੇ ਚੀਜ਼ ਦੇ ਨਾਲ ਨਾ। अच्छा। ਇਹਨੂੰ ਇੰਨਾ ਕੁ ਉਬਾਲਣਾ ਹੈ ਕਿ ਜਿਹੜਾ ਥੋਮ ਹੈ ਨਾ ਉਹ ਰੈੱਡ ਹੋ ਕੇ ਉੱਪਰ ਤੈਰਨ ਲੱਗ ਪਵੇ। अच्छा। ਜਦੋਂ ਤੈਰਨ ਲੱਗ ਪਏਗਾ ਤੁਸੀਂ ਚੁੱਲ੍ਹਾ ਬੰਦ ਕਰ ਦਿਓ। ਫਿਰ ਤੁਸੀਂ ਉਹਨੂੰ ਠੰਡਾ ਹੋਣ ਦਿਓ ਕੁਦਰਤੀ ਤਰੀਕੇ ਨਾਲ। ਆਪ ਠੰਡਾ ਨਹੀਂ ਕਰਨਾ ਤੁਸੀਂ। ठीक है। ਉਹਨੂੰ ਕੁਦਰਤੀ ਤਰੀਕੇ ਨਾਲ ਠੰਡਾ ਹੋਣ ਦਿਓ ਤੇ ਇਹ ਤੁਹਾਡਾ ਤੇਲ ਤਿਆਰ ਹੋ ਗਿਆ। अच्छा। ਇਹ ਤੇਲ ਜਿਹੜੇ ਇਸ ਤੇਲ ਦੇ ਵਿੱਚੋਂ ਅਮਜਦ ਭਾਈ ਇਹ ਤੇਲ ਇਸ ਤਰ੍ਹਾਂ ਤਿਆਰ ਹੋਏਗਾ, ਜਾਨਵਰ ਜਿਹੜੇ ਰੁਕੇ ਨੇ ਕੱਦ ਨਹੀਂ ਵਧਾਉਂਦੇ ਵੀ, ਜਾਨਵਰ ਆਪਣਾ ਕੱਦ ਵਧਾਏਗਾ। अच्छा। ਆਪਣਾ ਬਾਡੀ ਸਕੋਰ ਵਧਾਏਗਾ। ਠੀਕ ਹੈ। ਇਨਸ਼ਾਅੱਲਾ ਤਾਲਾ ਜਾਨਵਰ ਦੇ ਸਕਿਨ ਦੇ ਵਿੱਚ ਸ਼ਾਈਨਿੰਗ ਪ੍ਰੋਪਰ ਆ ਜਾਏਗੀ। ठीक है। ਜਾਨਵਰ ਆਪਣੀ ਖੁਰਾਕ ਵੀ ਇਸ ਤੇਲ ਨਾਲ ਵਧਾਏਗਾ। ਅਕਸਰ ਹੁੰਦਾ ਕਿ ਤੇਲ ਸਾਦਾ ਦੇਈਏ ਨਾ ਤਾਂ ਜਾਨਵਰ ਖੁਰਾਕ ਘਟਾ ਜਾਂਦੇ ਨੇ। अच्छा। ਇਹਦੇ ਨਾਲ ਜਾਨਵਰ ਇਨਸ਼ਾਅੱਲਾ ਖੁਰਾਕ ਘਟਾਏਗਾ ਨਹੀਂ, ਖੁਰਾਕ ਵਧਾਏਗਾ। ਅਮਰ ਭਾਈ, ਇਸ ਦੀ ਜਿਹੜੀ ਮਿਕਦਾਰ ਹੈ ਹਾਂਜੀ, ਇਹ ਰੈਗੂਲਰ ਦੇਣਾ ਚਾਹੀਦਾ ਜਾਂ ਵਿੱਚ ਕੁਝ ਵਕਫਾ ਪਾ ਕੇ? ਅਮਜਦ ਭਾਈ ਮੈਂ ਤੇ ਕਦੀ ਨਾਗਾ ਨਹੀਂ ਜੇ ਕੀਤਾ। ਠੀਕ ਹੈ। ਐਨ ਮੁਮਕਿਨ ਹੈ ਕਿ ਮੈਂ ਇਸ ਸਾਲ ਆਪਣੇ ਕਿਸੇ ਵੀ ਬੱਕਰੇ ਨੂੰ ਘਿਓ ਨਾ ਹੀ ਦਿਆਂ। ਅੱਛਾ। ਮੈਂ ਸਿਰਫ ਇਹ ਤੇਲ ਹੀ ਦਿਆਂਗਾ। ਇਹ ਤੇ ਅਮਜਦ ਭਾਈ ਤੇਲ ਬਣ ਗਿਆ। ਇਹ ਤੁਸੀਂ ਆਪਣੀਆਂ ਗੱਭਣ ਬੱਕਰੀਆਂ ਨੂੰ ਅੱਛਾ ਦੇ ਸਕਦੇ ਹੋ, ਛਤਰਿਆਂ ਨੂੰ ਦੇ ਸਕਦੇ ਹੋ, ਬੱਕਰਿਆਂ ਨੂੰ ਦੇ ਸਕਦੇ ਹੋ, ਵੱਛਿਆਂ ਨੂੰ ਦੇ ਸਕਦੇ ਹੋ, ਤੁਸੀਂ ਹਰ ਬੰਦੇ ਨੂੰ ਦੇ ਸਕਦੇ ਹੋ। ਸੈਕੰਡਲੀ ਤੁਸੀਂ ਇਹਨੂੰ ਪੁੰਨ ਕੇ ਇੱਕ ਸਾਫ਼ ਬਰਤਨ ਦੇ ਵਿੱਚ ਸੇਵ ਕਰ ਲਵੋ। ਅਕਸਰ ਹੁੰਦਾ ਨਾ ਘਰ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ ਕਬਜ਼ ਦੀ ਬਿਮਾਰੀ ਰਹਿੰਦੀ ਹੈ, ਬਜ਼ੁਰਗਾਂ ਨੂੰ ਕਬਜ਼ ਦੀ ਬਿਮਾਰੀ ਰਹਿੰਦੀ ਹੈ। ਉਹ ਇਹਦਾ 1 ਚਮਚ ਸਵੇਰ ਪੀ ਲੈਣ, 1 ਚਮਚ ਸ਼ਾਮ ਨੂੰ ਪੀ ਲੈਣ। ਅੱਛਾ। ਇਨਸ਼ਾਅੱਲਾ ਤਾਲਾ ਸਾਰੀ ਜ਼ਿੰਦਗੀ ਕਬਜ਼ ਨਹੀਂ ਹੋਏਗੀ ਉਹਨਾਂ ਨੂੰ। ਕੀ ਬਾਤ ਹੈ, ਜ਼ਬਰਦਸਤ। ਇਨਸਾਨਾਂ ਵਾਸਤੇ ਵੀ ਔਰ ਜਾਨਵਰਾਂ ਵਾਸਤੇ ਵੀ। ਅੱਛਾ, ਇਹ ਤੇ ਅਮਜਦ ਭਾਈ ਤੇਲ ਹੋ ਗਿਆ। ਇਸ ਗੱਭਣ ਬੱਕਰੇ ਨੂੰ ਤੁਸੀਂ ਇਹ ਤੇਲ ਦੇਣਾ ਹੈ।
ਤੇ ਜਿਹੜੇ ਦੋਸਤ ਆਪਣੇ ਜਾਨਵਰ ਨੂੰ ਫੈਟਨਿੰਗ ਦੇ ਵਿੱਚ ਲਿਆਉਣਾ ਚਾਹੁੰਦੇ ਨੇ, ਮੈਂ ਕਿ ਤੁਹਾਨੂੰ ਬਹੁਤ ਵੱਡਾ ਸੀਕ੍ਰੇਟ ਦੱਸਣ ਲੱਗਾ ਵਾਂ, ਅੱਛਾ ਜਿਹੜਾ ਕਿ ਲੋਕੀ ਨਹੀਂ ਦੱਸਦੇ। ਅੱਛਾ, ਤੁਸੀਂ ਮੇਰੇ ਕੋਲ ਤਸ਼ਰੀਫ ਲਿਆਇਓ, ਮੇਰਾ ਫਰਜ਼ ਬਣਦਾ ਹੈ ਕਿ ਮੈਂ ਤੁਹਾਨੂੰ ਦੱਸਾਂ। ਬੜੀ ਮੁਹੱਬਤ ਜੀ। ਅਮਜਦ ਭਾਈ, ਜਦੋਂ ਇਹ ਤੇਲ ਬਣ ਗਿਆ, ਦੋਸਤ ਕਾਪੀ ਪੈਨ ਫੜ ਲੈਣ, ਮੈਂ ਕੁਝ ਚੀਜ਼ਾਂ ਦੱਸਾਂਗਾ। ਅੱਛਾ, ਉਹ ਚੀਜ਼ਾਂ ਇਹ ਪੰਸਾਰੀ ਵਾਲੇ ਕੋਲੋਂ ਇਕੱਠੀਆਂ ਕਰ ਲੈਣ। ਠੀਕ। 1 ਕਿਲੋ ਲੈ ਲੈਣ ਤਾਰਾ ਮੀਰਾ। ਅੱਛਾ 1 ਕਿਲੋ ਲੈ ਲੈਣ ਹਾਲਿਓ ਪੀਸੀ ਹੋਈ। ਅੱਛਾ, ਤਾਰਾ ਮੀਰਾ ਵੀ ਪੀਸੀ ਹੋਇਆ ਲੈਣਾ ਹੈ। 1 ਕਿਲੋ ਲੈ ਲੈਣ ਪੀਸੀ ਹੋਈ ਆਪਣਾ ਅਲਸੀ। 1 ਕਿਲੋ ਲੈ ਲੈਣ ਸਫੇਦ ਤਿਲ। ਅੱਛਾ, ਉਹਦੇ ਵਿੱਚ ਪਾ ਲੈਣ 1 ਪਾਈਆ ਅੰਬਾ ਹਲਦੀ। ਅੱਛਾ, ਉਹਦੇ ਵਿੱਚ ਪਾ ਲੈਣ 1 ਕਿਲੋ ਪੀਸੇ ਹੋਏ ਮੇਥਰੇ। ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵੋ ਤੁਸੀਂ। ਅੱਛਾ, ਸੌਰੀ, ਇਹਦੇ ਵਿੱਚ ਨਾ 1 ਪਾਈਆ ਸੁੰਡ ਵੀ ਪਾਣੀ ਹੈ। ਠੀਕ ਹੈ। ਇਹ ਸਾਰੀਆਂ ਚੀਜ਼ਾਂ ਨੂੰ ਅੱਛੇ ਤਰੀਕੇ ਨਾਲ ਮਿਕਸ ਕਰ ਲਵੋ। ਅੱਛਾ, ਮਿਕਸ ਕਰਕੇ ਤੁਸੀਂ ਡੇਲੀ ਕੀ ਕਰਨਾ ਹੈ, ਥੋੜੀ ਮਿਕਦਾਰ ਦੇ ਵਿੱਚ, ਯਾਨੀ ਕਿ 50 ਗ੍ਰਾਮ ਇਹ ਚੀਜ਼ਾਂ ਤੁਸੀਂ ਕੱਢਣੀਆਂ ਨੇ। 50 ml ਤੁਸੀਂ ਜਿਹੜਾ ਤੇਲ ਬਣਿਆ ਉਹ ਤੇਲ ਇਹਦੇ ਵਿੱਚ ਪਾਣਾ ਹੈ। ਇਹ ਤੁਹਾਡੀ ਇੱਕ ਬੜੀ ਸ਼ਾਨਦਾਰ ਪਿੰਨੀ ਬਣ ਜਾਏਗੀ, ਲੱਡੂ ਟਾਈਪ। ਅੱਛਾ, ਇਹ ਤੁਸੀਂ ਆਪਣੇ ਜਾਨਵਰ ਨੂੰ ਖਵਾ ਦੇਣੀ ਹੈ। ਠੀਕ। ਇਹ ਆਸਤਾ ਆਸਤਾ ਵਧਾਉਂਦੇ, ਜਿਹੜੇ ਬੱਕਰੇ ਮੈਚ ਲੈਵਲ ਤੇ ਚਲੇ ਆਉਂਦੇ ਨੇ, ਅੱਗੇ ਤੇ ਚਲੇ ਜਾਂਦੇ ਨੇ, ਉਹਨਾਂ ਨੂੰ ਅਸੀਂ 200 ਗ੍ਰਾਮ ਤੱਕ ਦੇ ਦਿੰਦੇ ਆ। ਅੱਛਾ, ਫਿਰ ਅਸੀਂ ਉਹਦੇ 150 ml ਤੇਲ ਸ਼ਾਮਲ ਕਰਨੇ ਆ। ਦੋਸਤ ਥੋੜੀ ਮਿਕਦਾਰ ਤੋਂ ਸਟਾਰਟ ਕਰਨ, ਆਸਤਾ ਆਸਤਾ ਵਧਾਉਂਦੇ ਜਾਣ। ਠੀਕ ਹੈ। ਮੈਂ ਦਾਅਵੇ ਨਾਲ ਕਹਿਣਾ ਇਨਸ਼ਾ ਅੱਲਾਹ ਜਿਵੇਂ ਦਸੰਬਰ ਖਤਮ ਹੋਏਗਾ ਨਾ, ਇਹਨਾਂ ਦੇ ਜਾਨਵਰਾਂ ਦੀ ਰੁੱਤ ਚੇਂਜ ਹੋ ਜਾਏਗੀ। ਅੱਛਾ, ਸਕਿਨ ਸ਼ਾਈਨਿੰਗ ਵਾਲੀ ਹੋ ਜਾਏਗੀ, ਜਾਨਵਰ ਗਾਟੇ ਭਾਰੇ ਕਰ ਜਾਣਗੇ ਆਪਣੇ। ਫਿਰ ਇਸ ਚੀਜ਼ ਦੇ ਨਾਲ ਜਾਨਵਰ ਤੇ ਗੋਸ਼ਤ ਚੜਦਾ ਹੈ। ਅੱਛਾ, ਇੱਕ ਤਾਂ ਹੁੰਦਾ ਨਾ ਕਿ ਸਿਰਫ ਚਰਬੀ ਚੜਨੀ ਨਹੀਂ, ਇਹਦੇ ਨਾਲ ਜਾਨਵਰ ਤੇ ਗੋਸ਼ਤ ਚੜੇਗਾ। ਸਰਦੀਆਂ 'ਚ ਜਾਨਵਰ ਦੀ ਇਮਿਊਨਿਟੀ ਬਹੁਤ ਬਿਹਤਰ ਹੋ ਜਾਏਗੀ। ਜ਼ਬਰਦਸਤ। ਦੋਸਤ ਕੀ ਕਰਨ, ਫਰਵਰੀ ਤੱਕ ਇਹ ਦੇ ਲੈਣ। ਅੱਛਾ, ਜਿਸ ਤਰ੍ਹਾਂ ਹੀ 1 ਫਰਵਰੀ ਸਟਾਰਟ ਹੋਵੇ, ਉੱਥੇ ਦੋਸਤ ਇਸ ਚੀਜ਼ ਨੂੰ ਸਟਾਪ ਕਰ ਦੇਣ। 15-20 ਦਿਨਾਂ ਦਾ ਵਕਫਾ ਪਾਣ, ਅੱਗੋਂ ਫਿਰ ਜਿਹਨੇ ਮੱਖਣ ਖਵਾਉਣਾ ਹੋਏਗਾ ਬੇਸ਼ੱਕ ਮੱਖਣ ਦੇ ਲਵੇ। ਅੱਛਾ, ਜਿਹਨੇ ਸਰੋਂ ਦਾ ਸਿਰਫ ਤੇਲ ਦੇਣਾ ਹੋਗਾ ਸਰੋਂ ਦਾ ਤੇਲ ਪਿਆ ਦੇਵੇ। ਜਾਨਵਰ ਦੀ ਤਿਆਰੀ ਦੇ ਇਹ 3 ਮਹੀਨੇ ਨੇ। ਇਹ ਜਿਹੜਾ ਮੈਂ ਨੁਕਸਾ ਦੱਸ ਦਿੱਤਾ ਹੈ ਨਾ, ਠੀਕ ਹੈ। ਜਿਹੜਾ ਬੰਦਾ ਇਹ ਨੁਕਸਾ ਦੇ ਕੇ ਵੀ ਆਪਣਾ ਜਾਨਵਰ ਤਿਆਰ ਨਹੀਂ ਕਰ ਸਕਦਾ, ਅਮਜਦ ਭਾਈ ਨੂੰ ਸ਼ੌਕ ਕਰਨ ਦਾ ਹੱਕ ਹੀ ਕੋਈ ਨਹੀਂ ਹੈ। ਕੀ ਬਾਤ ਹੈ, ਕੀ ਬਾਤ ਹੈ। ਅੱਛਾ, ਯਕੀਨ ਕਰੋਗੇ ਕਿ ਸਾਰੀ ਜ਼ਿੰਦਗੀ ਦਾ ਨਿਚੋੜ ਮੈਂ ਤੁਹਾਨੂੰ ਦੱਸਿਆ ਜੀ। ਕੀ ਬਾਤ ਹੈ। ਸ਼ਾਮ ਦਾ ਟਾਈਮ ਹੈ, ਅਜ਼ਾਨਾਂ ਹੋ ਰਹੀਆਂ ਨੇ, ਸੇਮ ਇਹੀ ਚੀਜ਼ ਮੈਂ ਆਪਣੇ ਬੱਕਰੇ ਨੂੰ ਦਵਾਨਾ ਪਿਆ ਵਾਂ, ਜਿਹੜੇ ਮੇਰੇ ਹੈਵੀ ਵੇਟ ਜਾਨਵਰ ਨੇ। ਅਮਰ ਭਾਈ, ਜਿਹੜਾ ਤੇਲ ਹੁੰਦਾ ਹੈ, ਅਲਸੀ ਦਾ ਹੋਵੇ, ਤਾਰੇ ਮੀਰੇ ਦਾ ਹੋਵੇ, ਸਰੋਂ ਦਾ ਹੋਵੇ, ਜਿਹੜਾ ਤੁਸੀਂ ਦੱਸਦੇ ਪਿਓ, ਇਹ ਤੇਲ ਜਾਨਵਰ ਨੂੰ ਪਿਲਾਣੇ ਚਾਹੀਦੇ ਨੇ ਜਾਂ ਖਿਲਾਣੇ ਚਾਹੀਦੇ ਨੇ? ਬਿਹਤਰ ਕੀ ਹੈ? ਅਮਜਦ ਭਾਈ, ਮੈਂ ਦੇਖੋ ਇਹਦੇ 'ਚ 2 ਚੀਜ਼ਾਂ ਨੇ। ਅਗਰ ਤੁਸੀਂ ਆਪਣੇ ਜਾਨਵਰ ਨੂੰ ਬਹੁਤ ਜ਼ਿਆਦਾ ਤੇਲ ਦੇ ਦਿਓਗੇ ਨਾ, ਠੀਕ ਹੈ, ਤੁਹਾਡਾ ਜਾਨਵਰ ਖੁਰਾਕ ਖਤਮ ਕਰ ਜਾਏਗਾ। ਅੱਛਾ, ਖੁਰਾਕ ਵੱਲੋਂ ਮੂੰਹ ਮੋੜਨਾ ਸ਼ੁਰੂ ਕਰ ਜਾਏਗਾ। ਹੁਣ ਦੇਖੋ ਨਾ, ਤਾਰਾ ਮੀਰਾ, ਹਾਲਿਓ, ਅਲਸੀ, ਸੁੰਡ, ਇਹਦੇ ਵਿੱਚ ਸੁੰਡ ਜਿਹੜਾ ਉਹ ਜਾਨਵਰ ਦੇ ਨੂੰ ਖੁਦਾ ਨਾ ਖਾਸਾ ਅਗਰ ਕੋਈ ਬਾਦੀ ਵਾਲਾ ਕੋਈ ਮਾਮਲਾ ਹੈ, ਜਿਸਮ 'ਚ ਕੋਈ ਦਰਦ ਉਹਨੂੰ ਕਵਰ ਕਰੇਗਾ। ਫਿਰ ਇਹਦੇ ਵਿੱਚ ਮੈਂ ਹਲਦੀ ਵੀ ਪਾਣਾ ਵਾ। ਹਲਦੀ ਤੁਹਾਨੂੰ ਪਤਾ ਕਿ ਐਂਟੀਬਾਇਓਟਿਕ ਹੈ। ਠੀਕ ਹੈ, ਬਿਲਕੁਲ ਨੈਚੁਰਲ ਐਂਟੀਬਾਇਓਟਿਕ। ਹਾਂਜੀ, ਅਕਸਰ ਹੁੰਦਾ ਨਾ ਕਿ ਜਾਨਵਰ ਕਦੀ ਇਸ ਲੱਤ 'ਚ ਦਰਦ ਤੇ ਕਦੀ ਉਸ ਲੱਤ 'ਚ ਦਰਦ, ਇਹਨਾਂ ਤੋਂ ਵੀ ਇਨਸਾਨ ਇਨਸ਼ਾ ਅੱਲਾਹ ਬਚੇ ਰਹਿਣਗੇ। ਇਹ ਚੰਦ ਚੀਜ਼ਾਂ ਨੇ, ਮੈਂ ਦੁਬਾਰਾ ਫਿਰ ਰਿਪੀਟ ਕਰ ਦਿੰਦਾ ਵਾ। ਹਾਲਿਓ, ਅਲਸੀ, ਤਾਰਾ ਮੀਰਾ, ਮੇਥਰੇ, ਸੁੰਡ ਤੇ ਹਲਦੀ, ਇਹ 6 ਚੀਜ਼ਾਂ ਨੇ। ਜ਼ਬਰਦਸਤ। ਤੇ ਤੇਲ ਬਣਾਉਣ ਦਾ ਤਰੀਕਾ ਜਿਵੇਂ ਮੈਂ ਦੱਸ ਦਿੱਤਾ ਵੀਡੀਓ ਦੇ ਵਿੱਚ। ਐਸੀ ਨਾ ਬੇਸਿਕਲੀ ਅਮਜਦ ਵੀ ਤੁਸੀਂ ਆਏ ਇਸ ਟਾਈਮ, ਐਸੀ ਨਾ 4-5 ਦਿਨ ਪਹਿਲੇ ਇਹ ਬਣਾਇਆ ਤੇਲ ਸੀ। ਅੱਛਾ, ਮੈਂ 15 kg ਤੇਲ ਬਣਾਇਆ, ਉਹ ਮੇਰਾ 1 ਹਫ਼ਤੇ 'ਚ ਮੁੱਕ ਜਾਂਦਾ। ਠੀਕ ਹੈ। ਨੈਕਸਟ ਮੈਂ ਤੇਲ ਜਦੋਂ ਬਣਾਉਣਾ ਹੋਏਗਾ ਨਾ, ਠੀਕ ਹੋ ਗਿਆ, ਮੈਂ ਤੁਹਾਨੂੰ ਇਨਵਾਈਟ ਕਰਾਂਗਾ ਉੱਥੇ, ਪ੍ਰੋਪਰ ਵਿਦ ਪ੍ਰੈਕਟੀਕਲ ਵੀਡੀਓ ਬਣਾ ਕੇ ਲਗਾ ਦੇਵਾਂਗੇ। ਤੇ ਇਨਸ਼ਾਅੱਲਾ ਤਾਲਾ ਦੋਸਤ ਭੁੱਲ ਜਾਣਗੇ ਘਿਓਆਂ ਸ਼ਿਓਆਂ ਨੂੰ ਵੀ। ਲੇਕਿਨ ਜਿਨ੍ਹਾਂ ਨੇ ਘਿਓ ਵੀ ਦੇਣਾ ਹੋਏਗਾ, ਅਸੀਂ 1-2 ਬੱਕਰੇ ਨੂੰ ਘਿਓ ਦੇਣਾ ਹੈ। ਐ ਨਹੀਂ ਕਿ ਸਭ ਨੂੰ ਨਹੀਂ ਦੇਣਾ। ਅਸੀਂ 2 ਬੱਕਰੇ ਜਿਹੜੇ ਸਾਡੇ ਮੇਨ ਬੱਕਰੇ ਨੇ, ਜਿਹੜੇ ਅਸੀਂ ਸਿਰਫ ਐਸੇ ਸਾਲ ਵਾਸਤੇ ਨੇ, ਠੀਕ ਹੈ, ਉਹਨਾਂ ਨੂੰ ਅਸੀਂ ਦਸੰਬਰ ਐਂਡ ਤੱਕ ਇਹ ਤੇਲ ਦੇਣਾ। 15 ਦਿਨ ਦਾ ਵਕਫਾ ਅਸੀਂ ਪਾ ਕੇ ਫਿਰ ਅਸੀਂ ਉਹਨਾਂ ਨੂੰ ਘਿਓ ਦੇ ਦੇਣਾ ਹੈ। ਦੁੱਧ ਅਸੀਂ ਅਜੇ ਸਟਾਰਟ ਨਹੀਂ ਕੀਤਾ। ਦੁੱਧ ਅਸੀਂ ਆਪਣੇ ਜਾਨਵਰ ਨੂੰ 1 ਰਮਜ਼ਾਨ ਤੋਂ ਸਟਾਰਟ ਕਰਾਂਗੇ। ਅਮਰ ਭਾਈ, ਮੈਂ ਸਵਾਲ ਇਹ ਕਰਨਾ ਚਾਹ ਰਿਹਾ ਭਾਈ, ਜਾਨਵਰ ਨੂੰ ਤੇਲ ਪਿਲਾਣਾ ਚਾਹੀਦਾ ਹੈ ਜਾਂ ਜਿਹੜਾ ਬਣਿਆ ਹੋਇਆ ਤੇਲ ਹੈ ਉਹ ਕਿਸੇ ਜ਼ਰੀਏ ਨਾਲ ਖਿਲਾਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਅੱਗੋਂ ਵੀ ਆ ਸਕਦਾ ਹੈ? ਅਮਜਦ ਭਾਈ ਦੇਖੋ, ਤੁਸੀਂ ਬੜਾ ਅੱਛਾ ਸਵਾਲ ਕੀਤਾ ਜੀ।
ਬਲਕਿ ਇਹ ਜਿਹੜਾ ਤਾਰਾਵੀਰਾ ਵਗੈਰਾ ਵੀ ਮੈਂ ਦੱਸਿਆ ਨਾ, ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਦੋਸਤ, ਇਹਨੂੰ ਵੀ ਕਿਸੇ ਚੀਜ਼ 'ਚ ਭਿਓ ਸਕਦੇ ਨੇ ਅੱਛਾ ਤੇ ਵੰਡੇ 'ਚ ਸ਼ਾਮਲ ਕਰਕੇ ਦੇ ਸਕਦੇ ਨੇ, ਜਾਨਵਰ ਖਾ ਲਵੇ। ਠੀਕ। ਉਹਦੇ ਵਿੱਚ ਹੀ ਤੁਸੀਂ ਤੇਲ ਵੀ ਸ਼ਾਮਲ ਕਰ ਦਿਓ। ਅੱਛਾ ਅਗਰ ਤੁਹਾਡਾ ਜਾਨਵਰ ਤੇਲ ਵੰਡੇ ਦੇ ਵਿੱਚ ਲੈ ਲਵੇ ਤੇ ਅੰਮ੍ਰਿਤ ਹੈ ਬਿਲਕੁਲ ਇਸ ਤਰ੍ਹਾਂ ਹੀ। ਕਿਉਂਕਿ 100 ਦੇ ਵਿੱਚੋਂ ਸਿਰਫ 10% ਲੋਕ ਐਸੇ ਨੇ ਜਿਨ੍ਹਾਂ ਨੂੰ ਪਿਆਣਾ ਆਉਂਦਾ ਸਰਿੰਜ ਦੇ ਨਾਲ, ਲੋਕਾਂ ਨੂੰ ਨਹੀਂ ਪਿਆਣਾ ਨਹੀਂ ਆਉਂਦਾ। ਬਿਲਕੁਲ। ਮੈਂ ਦੋਸਤਾਂ ਨੂੰ ਇੱਕ ਤਰੀਕਾ ਦੱਸ ਦੇਣਾ ਮੈਂ ਪਿਆਣ ਦਾ। ਜਾਨਵਰ ਦੀ ਵਿਰਾਸ਼ ਖਿੱਚੋ, ਸਰਿੰਜ ਦੇ ਨਾਲ ਤੇਲ ਲਵੋ, ਠੀਕ ਹੈ ਅੰਮ੍ਰਿਤ ਭਾਈ ਕਤਰਾ ਕਤਰਾ ਕਰਕੇ ਨਾ, ਹਾਂ ਬਿਲਕੁਲ ਆਰਾਮ ਦੇ ਨਾਲ ਤੁਸੀਂ ਜਾਨਵਰ ਨੂੰ ਪਿਆ ਦਿਓ। ਅਗਰ ਤੁਸੀਂ ਅਗਰ ਇੱਕ ਮਿਸਾਲ ਤੁਸੀਂ ਜਾਨਵਰ ਨੂੰ 50 ml ਤੇਲ ਪਿਆਣਾ ਹੈ ਨਾ, ਅਗਰ ਉਹ 1 ਮਿੰਟ ਵੀ ਲੱਗ ਜਾਏਗਾ ਤੇ ਕੋਈ ਕਿਆਮਤ ਨਹੀਂ ਆ ਚਲੀ। ਅਸੀਂ ਕੀ ਕਰਨੇ ਆ, ਸਰਿੰਜ ਮੂੰਹ 'ਚ ਰੱਖੀ ਕੜਾਚ, ਜਾਨਵਰ ਖਰਾਬ ਹੋ ਜਾਂਦਾ। ਬਿਲਕੁਲ ਇਸ ਤਰ੍ਹਾਂ ਜੀ। ਦੋਸਤੋ ਉਮੀਦ ਕਰਨਾ ਜੀ ਇਹ ਵੀਡੀਓ ਤੁਹਾਨੂੰ ਫਾਇਦਾ ਦੇਗੀ ਤੇ ਆਪਣੀਆਂ ਦੁਆਵਾਂ 'ਚ ਸਾਨੂੰ ਯਾਦ ਰੱਖਿਆ ਕਰੋ। ਮਿਲਦੇ ਹਾਂ ਨੈਕਸਟ ਖੂਬਸੂਰਤ ਜੀ ਵੀਡੀਓ ਦੇ ਨਾਲ। ਰੱਬ ਸੋਹਣੇ ਦੇ ਹਵਾਲੇ।